ਗੁੱਡ ਮਾਰਨਿੰਗ ਬੇਟਾ। ਪੰਜਾਬੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਬੇਟਾ ਆਪਾਂ ਪਿਛਲੀ ਕਲਾਸ ਵਿੱਚ ਸ਼ਬਦ ਸ਼ੁੱਧੀ ਬਾਰੇ ਪੜ੍ਹਿਆ। ਉਹਦੇ 'ਚ ਆਪਾਂ ਜਿਹੜੇ ਸ਼ਬਦ ਸ਼ੁੱਧੀ ਦੇ ਨਿਯਮ ਪੜ੍ਹੇ ਸੀ ਉਹ ਪੜ੍ਹੇ ਸੀ ਸਵਰ ਅਤੇ ਵਿਅੰਜਨ ਦੇ ਆਧਾਰ 'ਤੇ। ਅੱਜ ਦੀ ਕਲਾਸ ਵਿੱਚ ਆਪਾਂ ਪੜ੍ਹਾਂਗੇ ਕਿ ਸ਼ੁੱਧ ਸ਼ਬਦ ਲਿਖਣ ਲਈ ਲਗਾ ਮਾਤਰਾਵਾਂ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ। ਬੇਟਾ ਸਿਰਫ ਇਹ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਨਹੀਂ ਵੀ ਇੰਨੇ ਨੰਬਰ ਦਾ ਇਹ ਟੌਪਿਕ ਆਉਣਾ ਹੈ ਸ਼ਬਦ ਸ਼ੁੱਧੀ ਵਾਲਾ, ਅਤੇ ਆਪਾਂ ਇਹਦਾ ਅਭਿਆਸ ਕਰੀਏ। ਜੇ ਆਪਾਂ ਨੂੰ ਸ਼ੁੱਧ ਲਿਖਣਾ ਆ ਜਾਂਦਾ ਹੈ ਤਾਂ ਆਪਣੇ ਸਾਰੇ ਪੇਪਰ ਲਈ ਬੇਟਾ ਉਹ ਬੈਨੀਫੀਸ਼ੀਅਲ ਹੁੰਦਾ ਹੈ। ਜਦੋਂ ਆਪਾਂ ਪ੍ਰਸ਼ਨ ਉੱਤਰ ਲਿਖਦੇ ਹਾਂ, ਐਸੇ ਲੈਟਰ ਲਿਖਦੇ ਹਾਂ, ਸਭ ਵਿੱਚ ਸਹਾਇਕ ਹੁੰਦਾ ਹੈ। ਤਾਂ ਸ਼ੁੱਧ ਸ਼ਬਦ ਲਿਖਣ ਲਈ ਲਗਾ ਮਾਤਰਾ ਦੇ ਆਧਾਰ 'ਤੇ ਕਿਹੜੇ ਕਿਹੜੇ ਨਿਯਮ ਹੈ ਉਸ ਬਾਰੇ ਪੜ੍ਹਾਂਗੇ ਆਪਾਂ। ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿੰਨੀਆਂ ਲਗਾ ਜਾਂ ਮਾਤਰਾਵਾਂ ਹਨ। ਮਾਤਰਾ ਨੂੰ ਪੰਜਾਬੀ ਵਿੱਚ ਲਗਾ ਕਹਿੰਦੇ ਹਨ। ਕਿੱਥੇ ਕਿੱਥੇ ਲੱਗਦੀਆਂ ਹਨ, ਉਹਦੇ ਕੀ ਕੀ ਨਿਯਮ ਹਨ। ਠੀਕ ਹੈ। ਪੰਜਾਬੀ ਵਿੱਚ 10 ਲਗਾ ਮਾਤਰਾ ਹਨ, ਜਿਨ੍ਹਾਂ ਦੇ ਨਾਂ ਹਨ ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਂ, ਹੋੜਾ ਅਤੇ ਕਨੋੜਾ। ਸਵਰਾਂ ਨਾਲ ਇਹਨਾਂ ਦੀ ਗਿਣਤੀ ਨਿਸ਼ਚਿਤ ਹੈ। ਇਹ ਨਿਸ਼ਚਿਤ ਹੈ ਕਿ ਊੜੇ ਨਾਲ ਕਿਹੜੀ ਕਿਹੜੀ ਲਗ ਲੱਗੇਗੀ, ਲਗ ਮਤਲਬ ਮਾਤਰਾ ਲੱਗੇਗੀ। ਐੜੇ ਨਾਲ ਕਿਹੜੀ ਲਗ ਜਾਂ ਮਾਤਰਾ ਲੱਗੇਗੀ ਅਤੇ ਈੜੀ ਨਾਲ ਕਿਹੜੀ ਲੱਗੇਗੀ। ਅਤੇ ਵਿਅੰਜਨਾਂ ਨਾਲ ਸਾਰੀਆਂ ਮਾਤਰਾਵਾਂ ਲੱਗ ਜਾਂਦੀਆਂ ਹਨ। ਹੁਣ ਸਵਰਾਂ ਨਾਲ ਕਿਹੜੇ ਕਿਹੜੇ ਮਾਤਰਾਵਾਂ ਲੱਗਦੀਆਂ ਹਨ ਉਹਦੇ ਬਾਰੇ ਪੜ੍ਹਾਂਗੇ ਆਪਾਂ। ਪੰਜਾਬੀ ਵਿੱਚ 3 ਮੂਲ ਸਵਰ ਹਨ, ਊੜਾ, ਐੜਾ, ਈੜੀ। ਅਤੇ ਊੜੇ ਨਾਲ ਕਿਹੜੀਆਂ ਕਿਹੜੀਆਂ ਲਗਾਂ ਲੱਗਦੀਆਂ ਹਨ। ਊੜੇ ਨਾਲ ਔਂਕੜ ਲੱਗਦਾ ਹੈ, ਦੁਲੈਂਕੜ ਲੱਗਦਾ ਹੈ ਅਤੇ ਹੋੜਾ ਲੱਗਦਾ ਹੈ। ਠੀਕ ਹੈ। ਊੜੇ ਨਾਲ ਜਿਹੜੇ 3 ਲਗਾ ਜਾਂ ਮਾਤਰਾਵਾਂ ਦੀ ਵਰਤੋਂ ਹੁੰਦੀ ਹੈ। ਇਹਦੇ ਨਾਲ ਊੜੇ ਨਾਲ ਨਾ ਕੰਨਾ ਲੱਗ ਸਕਦਾ ਹੈ, ਨਾ ਸਿਹਾਰੀ, ਨਾ ਬਿਹਾਰੀ, ਦੂਸਰੀਆਂ ਮਾਤਰਾਵਾਂ ਨਹੀਂ ਲੱਗ ਸਕਦੀਆਂ। ਉਸ ਤੋਂ ਬਾਅਦ ਐੜੇ ਨਾਲ ਕਿਹੜੇ ਕਿਹੜੀਆਂ ਲਗਾ ਜਾਂ ਮਾਤਰਾ ਲੱਗਦੀਆਂ ਹਨ। ਮੁਕਤਾ ਕੋਈ ਵੀ ਚਿੰਨ੍ਹ ਨਹੀਂ ਲੱਗਦਾ ਐੜੇ ਨਾਲ, ਜਿਵੇਂ ਅਮਰ, ਅਦਰਕ, ਇਹਦੇ ਨਾਲ ਕੋਈ ਚਿੰਨ੍ਹ ਕੋਈ ਮਾਤਰਾ ਨਹੀਂ ਲੱਗੀ ਹੋਈ। ਐੜੇ ਨਾਲ ਕੀ ਲੱਗਦਾ ਹੈ, ਕੰਨਾ ਲੱਗਦਾ ਹੈ। ਅਤੇ ਐੜੇ ਨਾਲ ਦੁਲਾਵਾਂ ਦੀ ਵਰਤੋਂ ਵੀ ਹੁੰਦੀ ਹੈ। ਕੰਨੇ ਦੀ ਵਰਤੋਂ ਕਿਵੇਂ ਹੁੰਦੀ ਹੈ। ਐੜੇ ਨਾਲ ਕੰਨਾ ਲੱਗਿਆ ਆਦਰ, ਆਦਤ। ਦੁਲਾਵਾਂ ਐਨਕ, ਐਸ਼, ਐਤਵਾਰ। ਅਤੇ ਐੜੇ ਨਾਲ ਹੋਰ ਕਿਹੜੀ ਮਾਤਰਾ ਲੱਗਦੀ ਹੈ, ਕਨੋੜਾ, ਜਿਵੇਂ ਔਰਤ, ਔਂਕੜ, ਔਕੜ ਆਦਿ। ਹੁਣ ਆਪਾਂ ਦੇਖਾਂਗੇ ਕਿ ਈੜੀ ਨਾਲ ਕਿਹੜੀਆਂ ਕਿਹੜੀਆਂ ਲਗਾ ਜਾਂ ਮਾਤਰਾ ਲੱਗਦੀਆਂ ਹਨ। ਈੜੀ ਨਾਲ ਸਿਹਾਰੀ ਲੱਗਦੀ ਹੈ, ਜਿਵੇਂ ਇਸਤਰੀ, ਇੱਕ, ਇੱਟ, ਇਮਲੀ ਆਦਿ। ਅਤੇ ਈੜੀ ਨਾਲ ਬਿਹਾਰੀ ਲੱਗਦੀ ਹੈ, ਜਿਵੇਂ ਈਦ, ਈਨ, ਇਜਾਦ, ਈਸ਼ਵਰ ਆਦਿ। ਈੜੀ ਨਾਲ ਹੋਰ ਕਿਹੜੀ ਲਗ ਲੱਗਦੀ ਹੈ, ਲਾਂ ਲੱਗਦੀ ਹੈ, ਜਿਵੇਂ ਏਕਤਾ, ਏਕੜ, ਖਾਏਗਾ, ਏਤੀ ਆਦਿ। ਵਿਅੰਜਨ ਨਾਲ ਲੱਗਣ ਵਾਲੀਆਂ ਲਗਾਂ, ਵਿਅੰਜਨਾਂ ਨਾਲ ਇਹ ਸ਼ਬਦ ਦੇ ਉਚਾਰਨ ਦੇ ਆਧਾਰ 'ਤੇ ਵਿਸ਼ੇਸ਼ ਨਿਯਮਾਂ ਨਾਲ ਚਿੰਨ੍ਹ ਵਜੋਂ ਆਉਂਦੀਆਂ ਹਨ। ਜੇ ਇਹਨਾਂ ਦੀ ਵਰਤੋਂ ਵਿਅੰਜਨਾਂ ਨਾਲ ਕਰਨੀ ਹੋਵੇ ਤਾਂ ਕਿਸ ਤਰ੍ਹਾਂ ਕਰਨੀ ਹੈ ਆਪਾਂ ਦੇਖਦੇ ਹਾਂ। ਜਿਵੇਂ ਕੰਨੇ ਦੀ ਵਰਤੋਂ, ਜਿਹੜੇ ਸ਼ਬਦਾਂ ਦੇ ਉਚਾਰਨ ਵਿੱਚ ਐੜੇ ਨੂੰ ਕੰਨੇ ਦੀ ਆਵਾਜ਼ ਆਵੇ ਉਸ ਨਾਲ ਕੰਨਾ ਚਿੰਨ੍ਹ ਵਰਤਿਆ ਜਾਂਦਾ ਹੈ। ਕੰਨੇ ਵਾਲੇ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਪੰਜਾਬੀ ਵਿੱਚ ਲਿਖਣ ਸੰਬੰਧੀ। ਦੂਜੀਆਂ ਭਾਸ਼ਾਵਾਂ ਦੇ ਉਹ ਸ਼ਬਦ ਜਿਨ੍ਹਾਂ ਦੇ ਸ਼ੁਰੂ ਵਿੱਚ 2 ਵਰਨਾਂ ਨਾਲ ਕੰਨੇ ਲੱਗੇ ਹੋਣ, ਉਹਨਾਂ ਲਈ ਪੰਜਾਬੀ ਵਿੱਚ ਪਹਿਲੇ ਵਰਨ ਨਾਲ ਕੰਨੇ ਦੀ ਵਰਤੋਂ ਨਹੀਂ ਕੀਤੀ ਜਾਂਦੀ। ਦੂਜੀਆਂ ਭਾਸ਼ਾਵਾਂ 'ਚ ਅਲੱਗ ਰੂਲ ਹੈ ਔਰ ਪੰਜਾਬੀ ਵਿੱਚ ਅਲੱਗ ਹੈ। ਜਿਵੇਂ ਹਿੰਦੀ 'ਚ ਆਪਾਂ ਲਿਖਦੇ ਹਾਂ ਚਾਲਾਕ, ਦੋਨਾਂ ਪਹਿਲੇ ਵਰਨਾਂ ਨਾਲ ਕੰਨੇ ਦੀ ਮਾਤਰਾ ਲੱਗੀ ਹੋਈ ਨਾ, ਕੰਨਾ ਮਤਲਬ ਆ ਦੀ ਮਾਤਰਾ ਲੱਗੀ ਹੋਈ ਹੈ ਚਾਲਾਕ। ਪਰ ਪੰਜਾਬੀ 'ਚ ਕੀ ਹੈ, ਪਹਿਲੇ ਨਾਲ ਨਹੀਂ ਲੱਗਦੀ, ਦੂਜੇ ਵਰਨ ਨਾਲ ਲੱਗਦੀ ਹੈ ਚਲਾਕ। ਬਾਜ਼ਾਰ, ਬਾਜ਼ਾਰ ਨਹੀਂ ਹੁੰਦਾ, ਬਾਜ਼ਾਰ ਹੁੰਦਾ ਹੈ। ਆਕਾਸ਼, ਜਿਵੇਂ ਹਿੰਦੀ 'ਚ ਪੰਜਾਬੀ 'ਚ ਆਕਾਸ਼। ਐੜੇ ਨਾਲ ਪਹਿਲੇ ਨਾਲ ਕੰਨੇ ਦੀ ਮਾਤਰਾ ਨਹੀਂ ਲੱਗਦੀ। ਉਸ ਤੋਂ ਬਾਅਦ ਹੈ
ਸਿਹਾਰੀ ਦੀ ਵਰਤੋਂ। ਸਿਹਾਰੀ ਛੋਟੀ ਈ ਦੀ ਮਾਤਰਾ। ਜਿਹੜੇ ਸ਼ਬਦਾਂ ਵਿੱਚ ਐੜੇ ਨਾਲ ਕੰਨਾ, ਜਿਵੇਂ ਆ ਤੋਂ ਪਹਿਲਾਂ ਈੜੀ ਏ ਦੀ ਆਵਾਜ਼ ਆਉਂਦੀ ਹੋਵੇ, ਉੱਥੇ ਏ ਦੀ ਆਵਾਜ਼ ਵਾਲੇ ਅੱਖਰਾਂ ਨੂੰ ਸਿਹਾਰੀ ਲਾਈ ਜਾਂਦੀ ਹੈ। ਅੱਛਾ, ਇੱਕ ਹੋਰ ਧਿਆਨ 'ਚ ਰੱਖਣ ਵਾਲੀ ਗੱਲ ਹੈ ਬੇਟਾ, ਜਿਹੜੀ ਆਵਾਜ਼ ਆ ਰਹੀ ਹੈ ਜ਼ਰੂਰੀ ਨਹੀਂ ਉਹ ਉਸੇ ਤਰ੍ਹਾਂ ਲਿਖਿਆ ਜਾਵੇ। ਇਹਦੇ ਲਈ ਨਿਯਮ ਅਲੱਗ ਹਨ। ਕਿਸ ਚੀਜ਼ ਦੀ ਆਵਾਜ਼ ਆ ਰਹੀ ਹੈ, ਉਹਨੂੰ ਲਿਖਣਾ ਕਿਵੇਂ ਹੈ, ਇਹ ਨਿਸ਼ਚਿਤ ਹੈ। ਜਿਵੇਂ ਸ਼ਬਦ ਹੈ ਧਿਆਨ, ਧਿਆਨ। ਹੁਣ ਧੱਦੇ ਨੂੰ ਏ ਦੀ ਆਵਾਜ਼ ਆ ਰਹੀ ਹੈ, ਪਰ ਲਿਖਣ ਵੇਲੇ ਕੀ ਲਿਖਿਆ ਜਾਏਗਾ? ਧਿਆਨ। ਧੱਦੇ ਨੂੰ ਸਿਹਾਰੀ ਲਾਈ ਜਾਵੇਗੀ, ਛੋਟੀ ਈ ਦੀ ਮਾਤਰਾ ਲਾਈ ਜਾਏਗੀ। ਜਿਵੇਂ ਅਧਿਆਪਕ, ਆਵਾਜ਼ ਆ ਰਹੀ ਹੈ ਐੜੇ ਨੂੰ ਏ ਦੀ, ਅਧਿਆਪਕ, ਪਰ ਲਿਖਣ ਵੇਲੇ ਅਧਿਆਪਕ, ਧੱਦੇ ਨੂੰ ਆਪਾਂ ਸਿਹਾਰੀ ਲਾਵਾਂਗੇ। ਜਿਵੇਂ ਤਿਆਰ, ਏ ਦੀ ਆਵਾਜ਼ ਹੈ ਪਰ ਲਿਖਾਂਗੇ ਤਿਆਰ। ਠੀਕ ਹੈ। ਇਸੇ ਤਰ੍ਹਾਂ ਜੇ ਹਾਹੇ ਤੋਂ ਪਹਿਲਾਂ ਅੱਖਰ ਦੀ ਆਵਾਜ਼ ਨਾਲ ਲਾਂ ਹੋਵੇ, ਲਾਂ ਮਤਲਬ ਛੋਟੀ ਏ ਦੀ ਮਾਤਰਾ, ਤਾਂ ਵੀ ਇਹੋ ਨਿਯਮ ਹੈ। ਜਿਵੇਂ ਮਿਹਨਤ ਸ਼ਬਦ ਹੈ ਜਾਂ ਵਿਹੜਾ ਸ਼ਬਦ ਹੈ। ਹੁਣ ਆਵਾਜ਼ ਆ ਰਹੀ ਹੈ ਵਿਹੜਾ, ਪਰ ਆਪਾਂ ਵਾਵੇ ਨੂੰ ਕੀ ਲਾਵਾਂਗੇ? ਸਿਹਾਰੀ ਲਾਵਾਂਗੇ, ਵਿਹੜਾ ਲਿਖਿਆ ਜਾਵੇਗਾ। ਜਿਵੇਂ ਸਿਹਤ ਹੈ, ਆਵਾਜ਼ ਆ ਰਹੀ ਹੈ ਏ ਦੀ, ਤਾਂ ਆਪਾਂ ਲਿਖਾਂਗੇ ਕਿਵੇਂ? ਸਿਹਤ, ਸੱਸੇ ਨੂੰ ਸਿਹਾਰੀ ਲੱਗੇਗੀ। ਇਹ ਨਿਯਮ ਤੁਸੀਂ ਯਾਦ ਕਰਨੇ ਹੈ। ਜੇ ਨਿਯਮ ਤੁਹਾਨੂੰ ਯਾਦ ਹੋ ਜਾਂਦੇ ਹੈ ਤਾਂ ਤੁਸੀਂ ਕਦੇ ਵੀ ਸ਼ਬਦ ਜਿਹੜੇ ਹੈ ਗਲਤ ਨਹੀਂ ਲਿਖੋਗੇ, ਤੁਹਾਨੂੰ ਆਪਣੇ ਆਪ ਸਹੀ ਲਿਖਣਾ ਆ ਜਾਏਗਾ। ਅਗਲਾ ਰੂਲ ਹੈ, ਜੇ ਹਾਹੇ ਤੋਂ ਪਹਿਲਾਂ ਵਾਲੇ ਅੱਖਰ ਦੀ ਆਵਾਜ਼ ਵਿੱਚ ਦੁਲਾਵਾਂ ਵੱਡੀ ਏ ਵਾਲੀ ਆਵਾਜ਼ ਹੋਵੇ ਤਾਂ ਹਾਹੇ ਨੂੰ ਸਿਹਾਰੀ ਲੱਗ ਜਾਂਦੀ ਹੈ। ਜਿਵੇਂ ਕਹਿਰ, ਕੱਕੇ ਨੂੰ ਵੱਡੀ ਏ ਦੀ ਆਵਾਜ਼ ਆ ਰਹੀ ਹੈ ਨਾ, ਪਰ ਲੱਗੂਗਾ ਕਿ ਸਿਹਾਰੀ ਲੱਗੇਗੀ। ਆਪਾਂ ਦੁਲਾਵਾਂ ਨਹੀਂ ਲਾਵਾਂਗੇ, ਵੱਡੀ ਏ ਦੀ ਮਾਤਰਾ ਨਹੀਂ ਲਾਵਾਂਗੇ, ਕੀ ਲਿਖਾਂਗੇ? ਕਹਿਰ। ਕੱਕਾ ਹਾਹੇ ਨੂੰ ਕੀ ਲੱਗ ਜਾਏਗਾ? ਸਿਹਾਰੀ ਲੱਗ ਜਾਏਗੀ। ਜਿਵੇਂ ਨਹਿਰ, ਆਵਾਜ਼ ਆ ਰਹੀ ਹੈ ਐ ਦੀ, ਵੱਡੀ ਏ ਦੀ, ਪਰ ਲਿਖਾਂਗੇ ਕੀ? ਨਹਿਰ। ਉਵੇਂ ਦੁਪਹਿਰ, ਗਹਿਣਾ। ਹੁਣ ਤੁਸੀਂ ਸੋਚਦੇ ਕਿ ਬੋਲਿਆ ਤਾਂ ਗਹਿਣਾ ਜਾਂਦਾ ਹੈ, ਐ ਦੀ ਆਵਾਜ਼ ਆ ਰਹੀ ਹੈ, ਵੱਡੀ ਏ ਦੀ ਆਵਾਜ਼ ਆ ਰਹੀ ਹੈ, ਪਰ ਲਿਖਦੇ ਕੀ ਆ? ਗਹਿਣਾ। ਹਾਹੇ ਨੂੰ ਸਿਹਾਰੀ ਲੱਗਦੀ ਹੈ। ਤਾਂ ਬੇਟਾ ਇਹ ਨਿਯਮ ਹੈ, ਇਹਦੇ ਲਈ ਬਣੇ ਹੋਏ ਸਪੈਸ਼ਲ। ਹਾਂਜੀ ਬੇਟਾ, ਦੇਖੋ ਪੰਜਾਬੀ ਦੇ ਸ਼ਬਦ ਜਦੋਂ ਲਿਖਣੇ ਹੁੰਦੇ ਆ ਉਦੋਂ ਤਾਂ ਇਹ ਨਿਯਮ ਲਾਗੂ ਹੁੰਦਾ ਹੈ, ਪਰ ਜਦੋਂ ਅਰਬੀ ਫਾਰਸੀ ਭਾਸ਼ਾ ਦੇ ਸ਼ਬਦਾਂ ਨੂੰ ਤਤਸਮ ਰੂਪ ਵਿੱਚ ਲਿਖਣਾ ਹੁੰਦਾ, ਐਜ਼ ਇਟ ਇਜ਼ ਲਿਖਣਾ ਹੁੰਦਾ, ਤਾਂ ਉਸ ਵੇਲੇ ਸਿਹਾਰੀ ਨਹੀਂ ਲਾਈ ਜਾਂਦੀ। ਕਿਉਂਕਿ ਬੇਟਾ ਹਰ ਨਿਯਮ ਦਾ ਅਪਵਾਦ ਵੀ ਹੁੰਦਾ ਹੈ, ਹਰ ਜਗ੍ਹਾ 'ਤੇ ਹਰ ਨਿਯਮ ਲਾਗੂ ਨਹੀਂ ਹੁੰਦਾ। ਅਤੇ ਜਦੋਂ ਆਪਾਂ ਅਰਬੀ ਫਾਰਸੀ ਦੇ ਸ਼ਬਦਾਂ ਨੂੰ ਤਤਸਮ ਰੂਪ ਵਿੱਚ ਵਰਤਦੇ ਹਾਂ ਨਾ, ਤਾਂ ਇਹ ਵਾਲਾ ਨਿਯਮ ਲਾਗੂ ਨਹੀਂ ਹੁੰਦਾ ਵੀ ਜੇ ਦੁਲਾਵਾਂ ਲੱਗੀ ਹੋਈ ਹੈ ਤਾਂ ਹਾਹੇ ਨੂੰ ਸਿਹਾਰੀ ਲਾਈ ਜਾਂਦੀ ਹੈ, ਇਹ ਵਾਲਾ ਨਿਯਮ ਲਾਗੂ ਨਹੀਂ ਹੋਏਗਾ। ਜਿਵੇਂ ਹਾਜ਼ਿਰ ਹੈ, ਬੋਲਿਆ ਹਾਜ਼ਿਰ ਹੈ, ਪਰ ਆਪਾਂ ਲਿਖਾਂਗੇ ਹਾਜ਼ਰ, ਸਿਹਾਰੀ ਨਹੀਂ ਲਾਵਾਂਗੇ। ਕਾਤਿਲ ਹੈ, ਇਹਨੂੰ ਆਪਾਂ ਕਿਵੇਂ ਲਿਖਾਂਗੇ? ਕਾਤਲ। ਸਾਬਿਤ ਹੈ, ਆਪਾਂ ਕੀ ਲਿਖਾਂਗੇ? ਸਾਬਤ। ਕੋਸ਼ਿਸ਼ ਨੂੰ ਕੀ ਲਿਖਾਂਗੇ? ਕੋਸ਼ਿਸ਼। ਪੰਜਾਬੀ ਵਿੱਚ ਕੀ ਹੁੰਦਾ? ਕੋਸ਼ਿਸ਼। ਉਸੇ ਤਰ੍ਹਾਂ ਜੇ ਅਜਿਹੇ ਸ਼ਬਦ ਜਿਹੜੇ ਵਿਸ਼ੇਸ਼ਣ ਹੁੰਦੇ ਆ ਅਤੇ ਉਹਨਾਂ ਦੇ ਪਿੱਛੇ ਕੱਕਾ ਹੁੰਦਾ ਹੈ, ਉਹਨਾਂ ਨੂੰ ਲਿਖਣ ਵੇਲੇ ਵੀ ਸਿਹਾਰੀ ਨਹੀਂ ਲਾਈ ਜਾਂਦੀ। ਜਿਵੇਂ ਹਿੰਦੀ 'ਚ ਆਪਾਂ ਬੋਲਦੇ ਹਾਂ ਸਮਾਜਿਕ, ਪਰ ਪੰਜਾਬੀ 'ਚ ਕਿਵੇਂ ਲਿਖਿਆ ਜਾਂਦਾ ਹੈ? ਸਮਾਜਕ। ਉਦੋਂ ਸਿਹਾਰੀ ਨਹੀਂ ਲਾਣੀ, ਪੰਜਾਬੀ 'ਚ ਸਿਹਾਰੀ ਨਹੀਂ ਲਾਣੀ। ਕੀ ਲਿਖਿਆ ਜਾਏਗਾ ਪੰਜਾਬੀ 'ਚ? ਸਮਾਜਕ। ਜਿਵੇਂ ਰਾਜਨੀਤਕ, ਰਾਜਨੀਤਿਕ ਨੂੰ ਕੀ ਲਿਖਾਂਗੇ? ਰਾਜਨੀਤਕ। ਆਰਥਿਕ ਨੂੰ ਕੀ ਲਿਖਾਂਗੇ? ਆਰਥਕ। ਇਹਨਾਂ ਨਿਯਮਾਂ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਹੈ। ਹੁਣ ਆਪਾਂ ਪੜ੍ਹਾਂਗੇ ਸਿਹਾਰੀ ਅਤੇ ਲਾਂ ਦੀ ਵਰਤੋਂ ਨਾਲ ਅਰਥ ਭਿੰਨਤਾ, ਮਤਲਬ ਅਰਥ 'ਚ ਕਿਵੇਂ ਭਿੰਨਤਾ ਆ ਜਾਂਦੀ ਹੈ। ਜੇ ਸੱਸੇ ਨੂੰ ਆਪਾਂ ਸਿਹਾਰੀ ਲਾਤੀ ਤਾਂ ਉਹਦਾ ਮਤਲਬ ਹੈ ਸਿਰ ਦਾ ਇੱਕ, ਸਰੀਰ ਦਾ ਇੱਕ ਅੰਗ, ਅਤੇ ਜੇ ਲਾਂ ਲਾ ਦਿੱਤੀ, ਛੋਟੀ ਏ ਦੀ ਮਾਤਰਾ ਲਾ ਦਿੱਤੀ, ਤਾਂ ਉਹਦਾ ਮਤਲਬ ਕੀ ਹੋ ਗਿਆ? ਸਿਰ, ਵਜਨ।
ਜਿਵੇਂ ਟਿਕ, ਟਿਕ ਦਾ ਮਤਲਬ ਟਿਕਣਾ, ਸਿਹਾਰੀ ਲਾਈ ਹੈ ਤਾਂ ਟਿਕਣਾ। ਜੇ ਟੈਂਕੇ ਨੂੰ ਲਾ ਦਿੱਤੀ ਤਾਂ ਉਹਦਾ ਮਤਲਬ ਕੀ ਹੋ ਗਿਆ, ਆਸਰਾ ਹੋ ਗਿਆ। ਉਸੇ ਤਰ੍ਹਾਂ ਵਿੱਚ ਅੰਦਰ ਔਰ ਵੇਚ ਵੇਚਣਾ। ਸਿਹਾਰੀ ਲਾਉਣ ਨਾਲ ਉਹਦਾ ਅਰਥ ਬਦਲ ਜਾਂਦਾ ਹੈ। ਜੇ ਸਿਹਾਰੀ ਲਾਉਂਦੇ ਹਾਂ ਤਾਂ ਹੋਰ ਅਰਥ, ਜੇ ਲਾਂ ਛੋਟੀ ਇਹਦੀ ਮਾਤਰਾ ਲਾਉਂਦੇ ਹਾਂ ਤਾਂ ਹੋਰ ਅਰਥ ਹੋ ਜਾਂਦਾ ਹੈ। ਇਸ ਤੋਂ ਬਾਅਦ ਤੀਸਰਾ ਨਿਯਮ ਹੈ ਬਿਹਾਰੀ ਦੀ ਵਰਤੋਂ। ਬਿਹਾਰੀ ਵੱਡੀ ਦੀ ਮਾਤਰਾ, ਵੱਡੀ ਕਹਿੰਦੇ ਜਿਹਨੂੰ ਹਿੰਦੀ 'ਚ। ਜਿਹੜੇ ਸ਼ਬਦਾਂ ਦੇ ਉਚਾਰਨ ਵਿੱਚ ਈ ਦੀ ਆਵਾਜ਼ ਆਵੇ ਉੱਥੇ ਬਿਹਾਰੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਪੀਤੀ, ਕੀੜੀ, ਸਰੀਰ ਆਦਿ। ਅਤੇ ਜੇ ਆਪਾਂ ਸਿਹਾਰੀ ਲਾ ਦਈਏ ਉਹਨਾਂ ਸ਼ਬਦਾਂ ਨੂੰ ਤਾਂ ਹੋਰ ਅਰਥ ਹੋ ਜਾਂਦਾ। ਜੇ ਬਿਹਾਰੀ ਲਗਾ ਦਈਏ ਤਾਂ ਹੋਰ ਅਰਥ ਹੋ ਜਾਂਦਾ। ਜਿਵੇਂ ਪੱਪੇ ਨੂੰ ਆਪਾਂ ਸਿਹਾਰੀ ਲਾਈ ਪਿਤਾ, ਅਤੇ ਜੇ ਬਿਹਾਰੀ ਲਾ ਦਿੱਤੀ ਤਾਂ ਪੀਤਾ, ਜਿਵੇਂ ਪਾਣੀ ਪੀਤਾ। ਦਿਨ, ਸਿਹਾਰੀ ਲਾਈ ਤਾਂ ਦਿਨ, ਜੇ ਬਿਹਾਰੀ ਲਾ ਦਿੱਤਾ ਤਾਂ ਦੀਨ। ਦਿਨ ਦਾ ਮਤਲਬ ਵਾਰ, ਅਤੇ ਇਹ ਦੀਨ ਦੁਖੀ। ਇਸ ਤੋਂ ਬਾਅਦ ਹੈ ਚੌਥਾ ਨਿਯਮ ਲਾਂ ਅਤੇ ਦੁਲਾਂ। ਲਾਂ ਛੋਟੀ ਏ ਦੀ ਮਾਤਰਾ, ਦੁਲਾਮ ਵੱਡੀ ਏ ਦੀ ਮਾਤਰਾ, ਜਿਹਨੂੰ ਐ ਦੀ ਆਵਾਜ਼ ਕਹਿੰਦੇ ਹੈ। ਜਿੱਥੇ ਏ ਦੀ ਆਵਾਜ਼ ਆਵੇ ਉੱਥੇ ਲਾਂ, ਅਤੇ ਜਿੱਥੇ ਆਏ ਦੀ ਆਵਾਜ਼ ਆਵੇ ਉੱਥੇ ਦੁਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਮੇਰੇ, ਤੇਰੇ, ਐਬ। ਇੱਥੇ ਆਵਾਜ਼ ਆਉਂਦੀ ਹੈ ਆਏ ਦੀ, ਅਤੇ ਲਾਵਾਂਗੇ ਕੀ, ਦੁਲਾਵਾਂ। ਦੁਲਾਵਾਂ ਮਤਲਬ ਵੱਡੀ ਏ ਦੀ ਮਾਤਰਾ ਲਾਵਾਂਗੇ। ਜਿਵੇਂ ਇਹਨਾਂ 'ਚ ਅਰਥ ਭਿੰਨਤਾ ਕਿਵੇਂ ਆ ਜਾਂਦੀ ਹੈ। ਜਿਵੇਂ ਸ਼ੇਰ, ਸੱਸੇ ਨੂੰ ਲਾਂ ਲਾਈ ਤਾਂ ਸ਼ੇਰ, ਜੇ ਦੁਲਾਂ ਲਾ ਦਿੱਤੀ ਤਾਂ ਕੀ ਆਵਾਜ਼ ਆ ਗਈ, ਸੈਰ। ਹੁਣ ਲਾਈ ਤਾਂ ਆਪਾਂ ਵੱਡੀ ਏ ਦੀ ਮਾਤਰਾ ਹੈ, ਆਵਾਜ਼ ਕਿਸ ਦੀ ਆ ਰਹੀ ਹੈ, ਐ ਦੀ। ਅਤੇ ਇਹਨਾਂ ਦੇ ਅਰਥ 'ਚ ਵੀ ਭਿੰਨਤਾ ਆ ਗਈ। ਸ਼ੇਰ ਮਤਲਬ ਕਿਲੋ, ਸੈਰ ਮਤਲਬ ਵੋਕ ਕਰਨਾ। ਠੀਕ ਹੈ। ਜਿਵੇਂ ਵੇਦ, ਵਾਵੇ ਨੂੰ ਲਾਂ ਲਾਈ ਤਾਂ ਵੇਦ, ਪੁਰਾਨ। ਅਗਰ ਦੁਲਾਂ ਲਾ ਦਿੱਤੀ ਤਾਂ ਕਿਸ ਚੀਜ਼ ਦੀ ਆਵਾਜ਼, ਕਿਸ ਚੀਜ਼ ਦੀ ਆਈ, ਐ ਦੀ, ਵੈਦ। ਵੈਦ ਦਾ ਮਤਲਬ ਜਿਹੜਾ ਦੇਸੀ ਡਾਕਟਰ। ਪੰਜਵਾਂ ਨਿਯਮ ਹੈ ਔਂਕੜ ਅਤੇ ਦੁਲੈਂਕੜ ਦੀ ਵਰਤੋਂ। ਜਿੱਥੇ ਊੜੇ ਦੀ ਆਵਾਜ਼ ਆਵੇ ਉੱਥੇ ਔਂਕੜ, ਅਤੇ ਜਿੱਥੇ ਊ ਦੀ ਆਵਾਜ਼ ਆਵੇ ਉੱਥੇ ਦੁਲੈਂਕੜ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਸੁਣ, ਪੁੱਛ, ਪੁੱਤਰ, ਨੂੰ, ਸੂਰਜ, ਛੁਰੀ ਆਦਿ। ਜੇ ਹਾਹੇ ਤੋਂ ਪਹਿਲਾਂ ਸ਼ਬਦ ਨੂੰ ਔਂਕੜ ਲੱਗਿਆ ਹੋਵੇ ਤਾਂ ਔਂਕੜ, ਜੇ ਹਾਹੇ ਤੋਂ ਪਹਿਲਾਂ ਸ਼ਬਦ ਨੂੰ ਔਂਕੜ ਦੀ ਆਵਾਜ਼ ਆਵੇ ਤਾਂ ਹਾਹੇ ਨੂੰ ਛੋਟੇ ਊ ਦੀ ਮਾਤਰਾ ਲਾਈ ਜਾਂਦੀ ਹੈ। ਇਹ ਬੇਟਾ ਆਵਾਜ਼ ਕਿਹੜੀ ਆ ਰਹੀ ਹੈ ਔਰ ਆਪਾਂ ਮਾਤਰਾ ਕਿਹੜੀ ਲਗਾਉਣੀ ਹੈ, ਇਹ ਨਿਯਮ ਯਾਦ ਕਰਨੇ ਪੈਣਗੇ। ਜਿਵੇਂ ਆਵਾਜ਼ ਤਾਂ ਆ ਰਹੀ ਹੈ ਔਂਕੜ ਦੀ ਛੋਟੇ ਊ ਦੀ, ਵਹੁਟੀ ਸ਼ਬਦ ਹੈ, ਪਰ ਲਾਵਾਂਗੇ ਛੋਟੇ ਊ ਦੀ ਮਾਤਰਾ, ਵਹੁਟੀ। ਆਵਾਜ਼ ਆ ਰਹੀ ਹੈ ਸੋਹਰਾ 'ਚ, ਕਾਹਦੀ, ਵੱਡੇ ਓ ਦੀ, ਦੁਲੈਂਕੜ ਦੀ, ਅਤੇ ਲਿਖਾਂਗੇ ਕੀ, ਸਹੁਰਾ। ਠੀਕ ਹੈ। ਜੇ ਹਾਹੇ ਤੋਂ ਪਹਿਲਾਂ ਸ਼ਬਦ ਨੂੰ ਜੇ ਹਾਹੇ ਤੋਂ ਪਹਿਲਾਂ ਸ਼ਬਦ ਨੂੰ ਔਂਕੜ ਦੀ ਆਵਾਜ਼ ਆਵੇ ਤਾਂ ਪਹਿਲੇ ਅੱਖਰ ਨੂੰ ਛੋਟੇ ਊ ਦੀ ਮਾਤਰਾ ਲਗਾਈ ਜਾਂਦੀ ਹੈ। ਜਿਵੇਂ ਸੋਹਣਾ, ਸੋਹਜ, ਦੋਹਰਾ, ਕੁਹਜ ਆਦਿ। ਹਾਂ, ਅਤੇ ਅਰਥ ਵਿੱਚ ਕਿਵੇਂ ਭਿੰਨਤਾ ਆਉਂਦੀ ਹੈ, ਦੇਖੋ। ਜੇ ਦੱਦੇ ਨੂੰ ਆਪਾਂ ਔਂਕੜ ਲਗਾਇਆ ਹੈ, ਦੁਰ, ਦੁਰ ਮਤਲਬ ਨਾਵਾਚੀ, ਅਤੇ ਜੇ ਦੁਲੈਂਕੜ ਲਗਾਇਆ ਤਾਂ ਦੂਰ, ਦੂਰ ਸ਼ਬਦ ਬਣ ਗਿਆ ਦੂਰੀ। ਜਿਵੇਂ ਸੁਰਮਾ, ਔਂਕੜ ਲਗਾਇਆ ਤਾਂ ਸੁਰਮਾ, ਜੇ ਦੁਲੈਂਕੜ ਲਗਾ ਦਿੱਤਾ ਤਾਂ ਸੂਰਮਾ। ਛੋਟੇ ਊ ਦੀ ਮਾਤਰਾ ਅਤੇ ਵੱਡੇ ਊ ਦੀ ਮਾਤਰਾ ਹਿੰਦੀ ਵਿੱਚ। ਇਹਨਾਂ ਦੋਨਾਂ ਦੇ ਲਗਾਉਣ ਨਾਲ ਅਰਥ ਵਿੱਚ ਕਿੰਨਾ ਅੰਤਰ ਆ ਜਾਂਦਾ ਹੈ, ਇਹ ਦੇਖੋ। ਉਸ ਤੋਂ ਬਾਅਦ ਨਿਯਮ ਹੈ ਹੋੜੇ ਅਤੇ ਕਨੋੜਾ ਦੀ ਵਰਤੋਂ। ਹੋੜਾ ਛੋਟਾ ਓ, ਕਨੋੜਾ ਵੱਡਾ ਓ। ਜਿੱਥੇ ਓ ਦੀ ਆਵਾਜ਼ ਆਵੇ ਉੱਥੇ ਹੋੜਾ, ਜਿੱਥੇ ਆਓ ਦੀ ਆਵਾਜ਼ ਆਵੇ ਉੱਥੇ ਕਨੋੜਾ ਵਰਤਿਆ ਜਾਂਦਾ ਹੈ। ਜਿਵੇਂ ਘੋੜਾ,
ਪੋਲਾ, ਮੋਰ, ਤੋਰ, ਦੌੜ, ਚੌਧਰੀ, ਧੌਣ ਆਦਿ। ਇਹਨਾਂ ਦੇ ਵੀ ਹੋੜੇ ਅਤੇ ਕਨੋੜੇ ਦੀ ਮਾਤਰਾ 'ਚ ਥੋੜ੍ਹਾ ਜਿਹਾ ਫਰਕ ਹੈ, ਪਰ ਅਰਥ 'ਚ ਬਹੁਤ ਅੰਤਰ ਆ ਜਾਂਦਾ ਹੈ। ਜਿਵੇਂ ਜੇ ਧੱਦੇ ਨੂੰ ਹੋੜਾ ਲਗਾਇਆ ਤਾਂ ਦਾ ਮਤਲਬ ਹੈ ਧੋਣਾ, ਜੇ ਕਨੋੜਾ ਲਗਾ ਦਿੱਤਾ ਤਾਂ ਧੌਣ, ਧੌਣ ਦਾ ਮਤਲਬ ਗਰਦਨ। ਘੱਗੇ ਨੂੰ ਹੋੜਾ ਲਗਾਇਆ ਘੋਲ, ਕੁਸ਼ਤੀ, ਅਤੇ ਜੇ ਕਨੋੜਾ ਲਗਾ ਦਿੱਤਾ ਤਾਂ ਘੌਲ, ਘੋਲ ਮਤਲਬ ਲਾਪਰਵਾਹੀ। ਇੱਕ ਮਾਤਰਾ ਨਾਲ ਹੀ ਅਰਥ ਵਿੱਚ ਕਿੰਨਾ ਅੰਤਰ ਆ ਜਾਂਦਾ ਹੈ। ਸ਼ੁੱਧ ਲਿਖਣ ਲਈ ਸਾਨੂੰ ਇਹਨਾਂ ਨਿਯਮਾਂ ਦਾ ਧਿਆਨ ਰੱਖਣਾ ਪਏਗਾ। ਇਸ ਤੋਂ ਬਾਅਦ ਹੈ ਜਿਹੜੇ ਕਿਰਿਆਵੀ ਸ਼ਬਦਾਂ ਦੇ ਮੂਲ ਸ਼ਬਦਾਂ ਨਾਲ ਕਨੋੜੇ ਦੀ ਆਵਾਜ਼ ਆਵੇ, ਲਿਖਣ ਵਿੱਚ ਉੱਥੇ ਮੂਲ ਸ਼ਬਦਾਂ ਵਿੱਚ ਆ ਪਲੱਸ ਊ ਦੀ ਵਰਤੋਂ ਕੀਤੀ ਜਾਂਦੀ ਹੈ। ਆਵਾਜ਼ ਆਉਂਦੀ ਹੋਵੇ ਕਨੋੜੇ ਦੀ, ਵੱਡੇ ਊ ਦੀ, ਅਤੇ ਲਿਖਦੇ ਕਿਵੇਂ ਆ ਉਹਨੂੰ, ਐੜਾ ਪਲੱਸ ਊ। ਜਿਵੇਂ ਬਚਾਉਣਾ, ਕਾਹਦੀ ਆਵਾਜ਼ ਆ ਰਹੀ ਹੈ, ਵੱਡੇ ਊ ਦੀ, ਬਚਾਉਣਾ। ਲਿਖਾਂਗੇ ਕਿਵੇਂ ਇਹਨੂੰ, ਬਚਾਉਣਾ, ਆ ਪਲੱਸ ਊ, ਬਚਾਉਣਾ। ਜਿਵੇਂ ਲਿਖਾਉਣਾ, ਲਿਖਾਂਗੇ ਕਿਵੇਂ, ਸ਼ੁੱਧ ਸ਼ਬਦ ਇਹਨੂੰ ਲਿਖਿਆ ਕਿਵੇਂ ਜਾਏਗਾ, ਲਿਖਾਉਣਾ। ਆਵਾਜ਼ ਕਨੋੜੇ ਦੀ ਹੈ, ਲਿਖਿਆ ਕਿਵੇਂ ਜਾਏਗਾ, ਆ ਪਲੱਸ ਊ ਕਰਕੇ। ਜਿਵੇਂ ਲਿਖ ਆ ਪਲੱਸ ਊ, ਲਿਖਾਉਣਾ। ਜਿਹੜੇ ਫਾਰਸੀ ਸ਼ਬਦਾਂ ਵਿੱਚ ਅੰਤਲੇ ਵਰਨਾਂ ਤੋਂ ਪਹਿਲਾਂ ਦੁਲਾਵਾਂ ਦੀ ਆਵਾਜ਼ ਆਵੇ, ਉੱਥੇ ਦੁਲਾਵਾਂ ਦੀ ਥਾਂ ਕੰਨਾ ਪਲੱਸ ਈ ਦੀ ਵਰਤੋਂ ਕੀਤੀ ਜਾਂਦੀ ਹੈ। ਕਾਹਦੀ ਵਰਤੋਂ ਕੀਤੀ ਜਾਂਦੀ ਹੈ, ਕੰਨਾ ਪਲੱਸ ਈ। ਜਿਵੇਂ ਸ਼ਿਕਾਇਤ, ਆਵਾਜ਼ ਕਿਸ ਚੀਜ਼ ਦੀ ਆ ਰਹੀ ਹੈ, ਦੁਲਾਵਾਂ ਦੀ, ਅਤੇ ਲਿਖਿਆ ਕਿਵੇਂ ਜਾਏਗਾ, ਸੱਸੇ ਨੂੰ ਸਿਹਾਰੀ, ਕੱਕੇ ਨੂੰ ਕੰਨਾ ਪਲੱਸ ਸਿਹਾਰੀ, ਸ਼ਿਕਾਇਤ। ਸਹਾਇਤਾ, ਆਵਾਜ਼ ਹੈ ਨੂੰ ਦੁਲਾਵਾਂ ਦੀ ਆ ਰਹੀ ਹੈ, ਕਿਵੇਂ ਲਿਖਿਆ ਕਿਵੇਂ ਜਾਏਗਾ, ਸਹਾਇਤਾ। ਕਈ ਸ਼ਬਦ ਅਜਿਹੇ ਹਨ ਜੋ ਦੂਜੀਆਂ ਭਾਸ਼ਾਵਾਂ ਤੋਂ ਤਤਸਮ ਰੂਪ ਵਿੱਚ ਸ਼ਾਮਲ ਕੀਤੇ ਜਾਂਦੇ ਹਨ। ਉਹ ਆਪਣੇ ਦੋਵਾਂ ਰੂਪਾਂ ਵਿੱਚ ਹੀ ਪ੍ਰਚਲਿਤ ਹਨ। ਜਿਵੇਂ ਆਪਾਂ ਕੁਆਰਾ ਲਿਖਦੇ ਹਾਂ, ਸਵਾਮੀ ਲਿਖਦੇ ਹਾਂ, ਜਵਾਨੀ ਲਿਖਦੇ ਹਾਂ, ਇਹ ਦੋਨਾਂ ਰੂਪਾਂ ਵਿੱਚ ਲਿਖੇ ਜਾਂਦੇ ਹੈ, ਗਲਤ ਨਹੀਂ ਹੁੰਦਾ। ਜੇ ਕੁਆਰਾ ਆਪਾਂ ਐੜੇ ਨਾਲ ਲਿਖ ਦਈਏ ਤਾਂ ਵੀ ਠੀਕ ਹੈ, ਜੇ ਵਾਵੇ ਨਾਲ ਲਿਖ ਦਈਏ ਤਾਂ ਵੀ ਠੀਕ ਹੈ। ਬੇਟਾ ਇਹਨਾਂ ਨਿਯਮਾਂ ਨੂੰ ਯਾਦ ਕਰਨਾ ਹੈ ਅਤੇ ਸ਼ੁੱਧ ਪੰਜਾਬੀ ਤੁਸੀਂ ਲਿਖਣਾ ਸਿੱਖ ਸਕਦੇ ਹੋ। ਠੀਕ ਹੈ, ਬਾਕੀ ਜਿਹੜੇ ਨਿਯਮ ਰਹਿ ਗਏ ਲਗਾਖਰਾਂ ਦੀ ਵਰਤੋਂ ਸੰਬੰਧੀ, ਉਹ ਆਪਾਂ ਅਗਲੀ ਕਲਾਸ ਵਿੱਚ ਕਰਾਂਗੇ। ਥੈਂਕ ਯੂ।